ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਇਸ ਬੁਲਟਨ ਦਾ ਆਗਾਜ਼ ਵੱਡੀ ਖਬਰ ਦੇ ਨਾਲ, 5 ਤਸਵੀਰਾਂ ਦੇ ਨਾਲ। ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਦਿੱਲੀ ਦੇ ਵਿੱਚ ਡਟੇ ਹੋਏ ਨੇ, ਜਿਨ੍ਹਾਂ ਦੇ ਲਈ ਇੰਤਜ਼ਾਮਾਂ ਦਾ ਅੱਜ ਕੇਜਰੀਵਾਲ ਨੇ ਖੁਦ ਪਹੁੰਚ ਕੇ ਉੱਤੇ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਨੇ ਜਾਇਜ਼ਾ ਲਿਆ। ਇਸ ਨੂੰ ਲੈ ਕੇ ਕੱਲ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਕੇਂਦਰ ਦੇ ਨਾਲ ਕਿਸਾਨਾਂ ਦੀ ਅਗਲੀ ਮੀਟਿੰਗ 9 ਤਰੀਕ ਯਾਨੀ ਕਿ ਪਰਸੋਂ ਹੈ, ਜਿਸ ਤੋਂ ਠੀਕ ਇੱਕ ਦਿਨ ਪਹਿਲਾਂ ਬੰਦ ਦਾ ਸੱਦਾ ਦਿੱਤਾ ਗਿਆ। ਖੇਤੀ ਕਾਨੂੰਨ ਨੂੰ ਲੈ ਕੇ ਕਾਂਗਰਸ ਵਿਸ਼ੇਸ਼ ਸੈਸ਼ਨ ਦੀ ਮੰਗ ਕਰ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਐਮਪੀ ਜੰਤਰ ਮੰਤਰ ਤੇ ਪ੍ਰਦਰਸ਼ਨ ਕਰ ਰਹੇ ਨੇ। ਉਧਰ ਕਿਸਾਨਾਂ ਦੇ ਹੱਕ ਦੇ ਵਿੱਚ ਖਿਡਾਰੀਆਂ ਦੀ ਅਵਾਰਡ ਵਾਪਸੀ ਵੀ ਜਾਰੀ ਹੈ। 5 ਤਸਵੀਰਾਂ। ਇਸ ਸਮੇਂ ਦੇ ਮੌਜੂਦਾ ਹਾਲਾਤ ਸਮਝਣ ਦੇ ਵਿੱਚ ਤੁਹਾਨੂੰ ਆਸਾਨੀ ਹੋਵੇਗੀ। ਅੰਦੋਲਨ ਜਾਰੀ ਹੈ, ਪਰ ਸਵਾਲ ਇਹੀ ਕਿ ਕਦੋਂ ਤੱਕ ਤੇ ਆਖਿਰ ਕਦੋਂ ਕੇਂਦਰ ਦੀ ਸਰਕਾਰ ਮੰਗਾਂ ਮੰਨੇਗੀ ਕਿਸਾਨਾਂ ਦੀ। 5 ਤਸਵੀਰਾਂ। ਕਾਂਗਰਸੀ ਸੰਸਦਾਂ ਦੇ ਵੱਲੋਂ ਜੰਤਰ ਮੰਤਰ ਤੇ ਪ੍ਰਦਰਸ਼ਨ। 9 ਦਸੰਬਰ ਨੂੰ ਕੇਂਦਰ ਦੇ ਨਾਲ ਗੱਲਬਾਤ ਹੋਣੀ ਹੈ। ਕਿਸਾਨਾਂ ਦੇ ਵਿਚਾਲੇ ਕੇਜਰੀਵਾਲ ਪਹੁੰਚੇ ਨੇ। ਸਿੰਘੂ ਬਾਰਡਰ ਤੇ ਉੱਤੇ ਪਹੁੰਚ ਕੇ ਜਾਇਜ਼ਾ ਲਿਆ ਉਹਨਾਂ ਨੇ। ਉੱਥੇ ਜੋ ਵੀ ਪ੍ਰਬੰਧ ਕੇਜਰੀਵਾਲ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਉਹਨਾਂ ਦਾ। ਖਿਡਾਰੀਆਂ ਦੇ ਵੱਲੋਂ ਅਵਾਰਡ ਵਾਪਸੀ ਦੀ ਕੋਸ਼ਿਸ਼ ਕੀਤੀ ਗਈ। ਉਹ ਰਾਸ਼ਟਰਪਤੀ ਭਵਨ ਦੇ ਵੱਲ ਵਧ ਰਹੇ ਸਨ, ਹਾਲਾਂਕਿ ਰਾਹ ਦੇ ਵਿੱਚੋਂ ਹੀ ਪੁਲਿਸ ਨੇ ਉਹਨਾਂ ਨੂੰ ਮੋੜ ਦਿੱਤਾ। ਤੇ 5ਵੀਂ ਵੱਡੀ ਤਸਵੀਰ ਜੋ ਅਨਾਉਂਸਮੈਂਟ ਕੀਤੀ ਗਈ 8 ਦਸੰਬਰ ਨੂੰ ਭਾਰਤ ਬੰਦ ਦੀ। ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਉਧਰ ਭਾਰਤ ਬੰਦ ਨੂੰ ਸਿਆਸੀ ਸਮਰਥਨ ਤੇ ਸੰਗਰਾਮ ਵੀ ਛਿੜਿਆ ਹੋਇਆ ਹੈ। ਬੀਜੇਪੀ ਵਿਰੋਧੀ ਪਾਰਟੀਆਂ ਦੇ ਉੱਤੇ ਜ਼ੋਰਦਾਰ ਹਮਲਾ ਕਰਦੀ ਨਜ਼ਰ ਆ ਰਹੀ ਹੈ। ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਸਾਧਿਆ ਨਿਸ਼ਾਨਾ। ਉਹਨਾਂ ਨੇ ਕਿਹਾ ਕਿ ਸੱਤਾ ਦੇ ਵਿੱਚ ਰਹਿ ਕੇ ਵੀ ਕਾਂਗਰਸ ਦੇ ਪੱਖ ਦੇ ਵਿੱਚ ਹੀ ਬਦਲਾਅ ਸੀ। ਯੂਪੀਏ ਸਰਕਾਰ ਨੇ ਮੰਡੀ ਖਤਮ ਕਰਨ ਦੀ ਗੱਲ ਕਹੀ ਸੀ। ਤਤਕਾਲੀ ਮੰਤਰੀ ਸ਼ਰਦ ਪਵਾਰ ਨੇ ਚਿੱਠੀ ਵੀ ਲਿਖੀ ਸੀ। ਕਾਂਗਰਸ ਨੇ 2019 ਦੇ ਵਿੱਚ ਘੋਸ਼ਣਾ ਪੱਤਰ ਦੇ ਵਿੱਚ ਵੀ ਵਾਅਦਾ ਕੀਤਾ ਸੀ। ਅੱਜ ਸਿਰਫ ਸਿਆਸਤ ਚਮਕਾਉਣ ਦੇ ਲਈ ਵਿਰੋਧ ਕੀਤਾ ਜਾ ਰਿਹਾ ਹੈ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਵੀ ਨਿਸ਼ਾਨਾ ਸਾਧਦੇ ਰਵਿਸ਼ੰਕਰ ਪ੍ਰਸਾਦ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਪਹਿਲਾਂ ਗਜਟ ਪਾਸ ਕੀਤਾ, ਹੁਣ ਇਹ ਵਿਰੋਧ ਕਰ ਰਹੇ ਨੇ। ਵਿਰੋਧੀ ਪਾਰਟੀਆਂ ਦਾ ਦੋਹਰਾ ਰਵੱਈਆ ਸਾਹਮਣੇ ਆਇਆ ਹੈ ਤਾਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਹੈ ਤੇ ਕੇਂਦਰ ਦੀ ਸਰਕਾਰ ਲਗਾਤਾਰ ਇਸ ਪੂਰੇ ਮੁੱਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਘੇਰਦੀ ਨਜ਼ਰ ਆਈ ਹੈ। ਤੇ ਲਗਾਤਾਰ ਇਹ ਜ਼ਿਕਰ ਕੀਤਾ ਗਿਆ ਕਿ ਜਿਹੜੇ ਵਿਰੋਧ ਪ੍ਰਦਰਸ਼ਨ ਨੇ ਇਹ ਵਿਰੋਧੀ ਪਾਰਟੀਆਂ ਦੇ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ। ਕੇਜਰੀਵਾਲ ਸਰਕਾਰ ਦੇ ਉੱਤੇ ਨਿਸ਼ਾਨਾ ਤੇ ਦੂਜੇ ਪਾਸੇ ਨਿਸ਼ਾਨੇ ਦੇ ਉੱਤੇ ਕਾਂਗਰਸ ਵੀ रविशंकर प्रसाद दे रहे। केजरीवाल जी तो बहुत कुछ, पंजाब के नेता बाकी लोग भी विरोध कर रहे हैं। ये देखिए, 8 मार्च 2019 को पंजाब के मुख्यमंत्री ने पेप्सी का एक बड़ा प्लांट इनॉग्रेट किया, आलू वगैरह सबके लिए, और 5,000 लोगों को नौकरी मिलेगी। तो अवसर के लिए आप आता है तो आप काम कर रहे हैं, हम बड़े बड़े अवसर की बात करते हैं तो आप विरोध कर रहे हैं। तो मित्रों, ये जितनी विपक्षी पार्टियां हैं ये किसानों को भ्रमित कर रही हैं। इनका पूरा चेहरा शर्मनाक दोहरे चरित्र का है। अब ऐसा है, केजरीवाल जी तो बहुत कुछ करते हैं, इसमें मुझे क्या कहना है। एक तो मैं वो नोटिफाई करते हैं, अभी मैं कह रहा था इन दोनों से कि मेरे बोलने के बाद ही इसको वो फिर डिनोटिफाई कर देंगे, ये भी हो सकता है। किसान कुछ निहित स्वार्थों के चंगुल में फंसा हुआ है। हम चाहते हैं देश के छोटे मंझोले किसानों को अपने उत्पाद के लिए नए नए अवसर मिलने चाहिए। और कुछ मैं क्लैरिफाई कर दूं, क्योंकि मैं देश का कानून मंत्री भी हूं, किसानों की जमीन न बिकेगी, न लीज पर ली जाएगी, न बंधक होगी। कॉन्ट्रैक्ट के बारे में अगर कोई सोचते हैं किसान, तो उनकी जमीन न तो बिकेगी, न बंधक होगी, न लीज पर ली जाएगी। द फार्मर्स लैंड शैल नाइदर बी ऑन लीज नॉर विल बी सोल्ड नॉर। ਤਾਂ ਸਿਆਸਤ ਵੀ ਇਸ ਸਮੇਂ ਭਗਦੀ ਹੋਈ ਨਜ਼ਰ ਆ ਰਹੀ ਹੈ ਦੇਸ਼ ਦੇ ਵਿੱਚ ਕਿਸਾਨਾਂ ਦੇ ਮੁੱਦੇ ਦੇ ਉੱਤੇ। ਤੇ ਇਸ ਸਭ ਦੇ ਵਿਚਾਲੇ ਖੇਤੀ ਕਾਨੂੰਨ ਲਾਗੂ ਕਰਨ ਦੇ ਉੱਤੇ ਕੇਜਰੀਵਾਲ ਸਰਕਾਰ ਨੂੰ ਵਿਰੋਧੀ ਘੇਰ ਰਹੇ ਨੇ ਤੇ ਇਸ ਦੇ ਉੱਤੇ ਕੇਜਰੀਵਾਲ ਸਰਕਾਰ ਹੁਣ ਯੂ ਟਰਨ ਲੈਂਦੀ ਹੋਈ ਵੀ ਨਜ਼ਰ ਆ ਰਹੀ ਹੈ। ਦਿੱਲੀ ਦੇ ਵਿੱਚ ਕਾਨੂੰਨ ਲਾਗੂ ਕਰਨ ਦੀ ਗੱਲ ਨੂੰ ਖਾਰਿਜ ਕੀਤਾ ਗਿਆ ਹੈ। ਕਾਨੂੰਨ ਲਾਗੂ ਕਰਨ ਦੀ ਗੱਲ ਮਹਿਜ਼ ਅਫਵਾਹ ਹੈ। ਕੇਜਰੀਵਾਲ ਦੇ ਵੱਲੋਂ ਇਹ ਕਿਹਾ ਗਿਆ। ਮੁੱਖ ਮੰਤਰੀ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਉਹ ਪਹੁੰਚੇ ਹੋਏ ਸਨ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਦੀ। ਉੱਥੇ ਜੋ ਦਿੱਲੀ ਸਰਕਾਰ ਦੇ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਦਾ ਜਾਇਜ਼ਾ ਲੈਣ ਦੇ ਲਈ
केजरीवाल ते दूजे पासे मनीष सिसोदिया ਤੁਹਾਨੂੰ नजर आ रहे होंगे। इस विचाले सवाल किया गया कि तुसीं तां खुद नोटिफिकेशन जारी कर दी गई, तुहाडे वल्लों नोटिफाई किया गया, तां फिर आखिर इस दे उत्ते तुहाडा की जवाब है? तो उत्थे यू टर्न लेंदे हुए नजर आ रहे हैं कि दिल्ली च कानून लागू करन दी गल नूं उन्होंने खारिज कर दिता ते कहा कि कानून लागू करन दी गल सिर्फ अफवाह है। दिल्ली सरकार ने पिछले दिन ही नोटिफाई किया सी कानून। पंजाब के मुख्यमंत्री भी सवाल चुक चुके हैं केजरीवाल सरकार के उत्ते। हालांकि केजरीवाल खुद एक प्रेस कॉन्फ्रेंस करके इस गल का जिक्र कर चुके हैं कि पंजाब दे विच क्योंकि पंजाब च कानून लागू नहीं होए बल्कि विधान सभा दे विच उसका विरोध किया गया। तो दूजे पासे केजरीवाल ने जो प्रेस कॉन्फ्रेंस की तो उस दे विच उन्होंने जिक्र किया कि केंद्र की सरकार के कानून ने ते इन्हां नूं कोई लागू करन तो रोक नहीं सकता। अपनी प्रेस कॉन्फ्रेंस दे विच यह भी कहते नजर आए सन कि पंजाब के मुख्यमंत्री कैप्टन अमरिंदर सिंह सब कुछ जानते हैं, बावजूद इसके झूठ बोल रहे हैं। तो अजिही तलक बयानबाजी जी दोवें आगुआं दे विचाले हुंदी होई नजर आई सी, पर हुण जदों किसानां दे विचाले पहुंचे सवाल होया तो केजरीवाल ने यह कह दिता कि यह बिल्कुल महज अफवाह है जिहड़ी जिक्र किया जा रहा है कानूनां नूं लैके कि दिल्ली सरकार ने नोटिफाई किए। को बदला गया है या उनको बदला गया है, आपकी तरफ से जो 4 मंडियों को बदला गया है या उनको कानून जो लागू किए गए हैं उसमें वो गलत अफवाहें फैलाई जा रही हैं, ये बिल्कुल गलत को बदला गया है। आपकी तरफ से जो 4 मंडियों को बदला गया है या उनको कानून जो लागू किए गए हैं उसमें वो गलत अफवाहें फैलाई जा रही हैं। तो गलत अफवाह कहते हुए नजर आए मुख्यमंत्री केजरीवाल दिल्ली दे। हुण तुहानूं अरविंद केजरीवाल दा बयान भी सुणवाउंदे हां जिस दे विच ओह केंद्र दे कानून लागू करन दी गल कह रहे हैं। की कुछ उन्होंने कहा सी ओह तुहानूं सुणवाने। कि मुख्यमंत्री ने मुझ पे आरोप लगाए कि दिल्ली में मैंने ये काले कानून पास कर दिए। इतने नाजुक मौके पे भी इस तरह की गिरी हुई राजनीति कैप्टन साहब कैसे कर सकते हैं? ये तो तीनों केंद्र के कानून हैं। जिस दिन राष्ट्रपति के इन तीनों कानूनों पे दस्तखत हुए थे उसी दिन ये पंजाब के मुख्यमंत्री ने मुझ पे आरोप लगाए कि दिल्ली में मैंने ये काले कानून पास कर दिए। इतने नाजुक मौके पे भी इस तरह की गिरी हुई राजनीति कैप्टन साहब कैसे कर सकते हैं? ये तो तीनों केंद्र के कानून हैं। जिस दिन राष्ट्रपति के इन तीनों कानूनों पे दस्तखत हुए थे उसी दिन ये तीनों कानून पूरे देश में तो लाजमी तौर पर सवाल उठ रहे हैं कि आखिर की वाकई कानून लागू नहीं किए गए, क्योंकि नोटिफिकेशन की कॉपी भी खूब वायरल होंदी हुई पिछले दिनों च नजर आई सी ते उस दे उत्ते हुण दिल्ली के मुख्यमंत्री कह रहे हैं कि कोई अफवाह है। इस सब विचाले हुण तुहानूं दसदे हां किसानां दे समर्थन दी गल्लां। जी हां जी, जिहड़ा किसानां नूं समर्थन मिल रहा है, किसानां दे समर्थन दे विच कांग्रेस दे वल्लों प्रदर्शन किया गया। जंतर मंतर दिल्ली पहुंचे हुए ने पंजाब कांग्रेस दे MP ते जंतर मंतर उत्ते पहुंच के उन्हां दे वल्लों प्रदर्शन किया गया। पार्लीमेंट दा विशेष सैशन सदन की मंग नूं लैके प्रदर्शन किया गया। दिल्ली पुलिस ने प्रदर्शन की इजाजत नहीं दी है। कांग्रेस MPs ने मोदी सरकार के उत्ते सवाल चुके कि गलबात के नाम के उत्ते समा बर्बाद कर रही है सरकार। मनीष तिवारी कहते हुए नजर आए। उन्होंने कहा कि बिना देरी के किसानों दी मंगां केंद्र की सरकार नूं पूरीआं करनियां चाहीदियां ने। परनीत कौर भी उत्थे पहुंचे हुए सन तो तकरीबन सारे MP उत्थे नजर आए ने। तस्वीरों के असीं तुहानूं दिखा रहे हैं। डॉक्टर अमर सिंह तुहानूं नजर आ रहे होणगे ते नाल ही मनीष तिवारी भी उत्थे नजर आ रहे हैं। परनीत कौर भी उत्थे पहुंचे हुए सी। तो कांग्रेस के जिहड़े MP ने जंतर मंतर के उत्ते पहुंच के प्रदर्शन करते नजर आए। हालांकि परमिशन नहीं दी गई दिल्ली पुलिस के वल्लों। तो पार्लीमेंट सैशन सदन की मंग की जा रही है। गुरजीत औजला उत्थे नजर आए, रवनीत बिट्टू उत्थे पहुंचे हुए सन। तो जिहड़े कांग्रेस के लोक सभा सांसद ने उत्थे पहुंचे हुए नजर आए। पंजाब कांग्रेस के सांसद आज जंतर मंतर पर प्रदर्शन करने वाले थे, धरना देने वाले थे, लेकिन प्रशासन की तरफ से अनुमति भी मांगी थी उन्होंने। हालांकि अब बात करते हैं पंजाब के सांसद से। ये बताएं सर कि आप लोगों ने रिक्वेस्ट भी किया था कि आप लोगों को बैठने दिया जाए, क्योंकि आप किसान के समर्थन में थे, किसान जो मांग कर रहे हैं उसके समर्थन में थे। क्या आप लोग को इजाजत दी गई है और सांसद कहाँ है? क्या आप लोग सब वहाँ प्रदर्शन के लिए बैठेंगे? पहले इजाजत कैंसिल कर दी थी कि अब थोड़ी जगह पे सुना है। अभी मैं भी वहाँ जाकर देखता हूँ कि इजाजत क्या है, कहाँ रोकते हैं, क्या बात करते हैं, अभी वहाँ जाकर पता चलेगा।
लेकिन हम तो ये संघर्ष करेंगे, ये इजाजत दे ना दे ये इनकी मर्जी है। हम तो हमारा राइट है, ये कोई हमें कोई खास चीज नहीं दे रहे, ये रोकते हैं, ये गैर कानूनी है, हमें रोकना नहीं चाहिए। सवाल ये कि सरकार अब ये कह रही है, हालांकि वो कई दौरों की बैठक किसानों के साथ कर चुकी है, लेकिन वो ये कह रहे हैं कि किसानों की मांग तो अपनी जगह है, लेकिन विपक्षी पार्टियां उनको पंप करने का काम कर रही है। देखो ਅਸੀਂ ਕਿਸਾਨਾਂ ਦੇ ਨਾਲ ਹੈਗੇ ਆ ਪਹਿਲੇ ਦਿਨ ਤੋਂ, ਜਦ ਤੋਂ ਇਹਨਾਂ ਨੇ ਬਿੱਲ ਟੇਬਲ ਕੀਤੇ ਸੀ ਉਦੋਂ ਵਿਰੋਧਤਾ ਕੀਤੀ, ਪੰਜਾਬ ਸਰਕਾਰ ਨੇ ਵਿਰੋਧਤਾ ਕਰਕੇ ਇਹਨਾਂ ਨੂੰ ਖਾਰਜ ਕਰਨ ਦੇ ਬਿੱਲ ਪਾਸ ਕੀਤੇ। 3 ਮਹੀਨੇ ਸਾਡੇ ਕਿਸਾਨ ਪੀਸਫੁਲ ਤਰੀਕੇ ਨਾਲ ਬੈਠੇ ਰਹੇ ਪੰਜਾਬ, ਇਹਨਾਂ ਨੇ ਉਦੋਂ ਵੀ ਨਹੀਂ ਗੱਲ ਸੁਣੀ, ਇਹਨਾਂ ਨੂੰ ਇੱਥੇ ਆਉਣਾ ਪਿਆ। ਔਰ ਇਹਦੇ ਹੱਲੇ ਵੀ ਇੱਕ ਡੇਟ ਤੇ ਡੇਟ ਦੇਈ ਜਾਂਦੇ ਨੇ, ਇਹਨਾਂ ਨੂੰ ਮਨ ਬਣਾ ਕੇ ਪਾਰਲੀਮੈਂਟ ਕਾਲ ਕਰਕੇ ਇਹ ਖਾਰਜ ਕਰਨੇ ਚਾਹੀਦੇ ਨੇ। ਔਰ ਅਸੀਂ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਤਾਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਾਂਗਰਸ ਲਗਾਤਾਰ ਕਰ ਰਹੀ ਹੈ ਤੇ ਇਸ ਵਿਚਾਲੇ ਪਾਰਲੀਮੈਂਟ ਦਾ ਸੈਸ਼ਨ ਸੱਦਣ ਦੀ ਮੰਗ ਕੀਤੀ ਗਈ ਕਾਂਗਰਸ ਦੇ ਐਮਪੀਜ਼ ਦੇ ਵੱਲੋਂ। ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਕੇਂਦਰ ਦੀ ਸਰਕਾਰ ਦੇ ਉੱਤੇ ਨਿਸ਼ਾਨੇ ਸਾਧ ਰਹੇ ਨੇ। ਕਿਸਾਨਾਂ ਦੇ ਬਹਾਨੇ ਮੋਦੀ ਸਰਕਾਰ ਦੇ ਉੱਤੇ ਵਰਦੇ ਨਜ਼ਰ ਆਏ ਨੇ ਸੁਨੀਲ ਜਾਖੜ, ਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕੁਚਲਣਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ। ਗੋਰੇ ਅੰਗਰੇਜ਼ ਚਲੇ ਗਏ, ਹੁਣ ਕਾਲੇ ਅੰਗਰੇਜ਼ਾਂ ਦਾ ਰਾਜ ਹੈ। ਤਾਂ ਬਹੁਤ ਤਲਖ ਟਿੱਪਣੀਆਂ ਇਸ ਸਮੇਂ ਸਿਆਸੀ ਆਗੂਆਂ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ। ਕਿਸਾਨਾਂ ਨੂੰ ਵੰਡਣ ਦਾ ਵੀ ਕੰਮ ਕਰ ਰਹੀ ਹੈ ਬੀਜੇਪੀ, ਐਸਵਾਈਐਲ ਦੇ ਨਾਮ ਦੇ ਉੱਤੇ ਕਿਸਾਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖੇਤੀ ਕਾਨੂੰਨ ਰੱਦ ਕਰਕੇ ਮਸਲੇ ਨੂੰ ਹੱਲ ਕੀਤਾ ਜਾਵੇ, ਸਰਕਾਰ ਦੇ ਵੱਲੋਂ ਇਹ ਕਹਿੰਦੇ ਨਜ਼ਰ ਆਏ ਨੇ। ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਕੇਂਦਰ ਦੀ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ। किसान ने देश बंद का आह्वान किया है, तो मैं कांग्रेस पार्टी की तरफ से यह आह्वान करना चाहता हूं हमारे सभी कार्यकर्ताओं को, नेताओं को और सभी राइट माइंडेड पीपल को कि वो बढ़ चढ़कर इस बंद में सहयोग दें, ताकि सत्ता के अहंकार में बहरी हुई सरकार, आंखें मूंदी हुई सरकार की आंखें खोली जा सके और इसके कान खोले जा सकें। किसानों को सबसे पहले हुलीगन कहा गया, फिर आतंकवादी कहा गया और तरह तरह के नाम देके उनको बांटने का प्रयास किया गया, जो बहुत ही निंदनीय है और मैं समझता हूं एक सरकार को शोभा नहीं देता। और जिस तरह से आज आपस में अंग्रेज चले गए, गोरे अंग्रेज चले गए, परंतु काले अंग्रेज आज भी उस भावना को लिए घूम रहे। डिवाइड एंड रूल की जो पॉलिसी है, जो नया शगुफा छोड़ा गया है, जिसके तहत बीजेपी के कुछ सीनियर लीडर और मंत्री ये कहते नजर आए हैं अपने हरियाणा के उन किसानों को, जिनको कल तक की माननीय मुख्यमंत्री खट्टर साहब कह रहे थे कि हरियाणा का कोई भी किसान नहीं है, आज उनके मंत्री उन्हीं हरियाणा के किसानों का आह्वान कर रहे हैं कि आप एसवाईएल का मुद्दा भी अपनी मांगों में जोड़ें। पंजाब और हरियाणा के किसानों में ये दो फाड़ करने की नीति मैं समझता हूं किसी को शोभा नहीं देती और इससे बचें। ਤਾਂ ਕੇਂਦਰ ਦੀ ਸਰਕਾਰ ਦੇ ਉੱਤੇ ਵਰਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਦੇ ਆਗੂ। ਅੱਗੇ ਵਧਦੇ ਹਾਂ ਤੇ ਖਬਰ ਅੰਮ੍ਰਿਤਸਰ ਤੋਂ ਲਵਾਂਗੇ। ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਦਰਅਸਲ ਬੀਜੇਪੀ ਦੇ ਨਵੇਂ ਦਫ਼ਤਰ ਦੇ ਨਿਰਮਾਣ ਦਾ ਵਿਰੋਧ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ। ਭੂਮੀ ਪੂਜਨ ਸਮਾਗਮ ਰੱਖਿਆ ਗਿਆ ਸੀ ਤੇ ਵਿਰੋਧ ਕਿਸਾਨ ਉੱਥੇ ਕਰਨ ਪਹੁੰਚ ਗਏ। ਵਿਰੋਧ ਦੇ ਚੱਲਦੇ ਸਮਾਗਮ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ। ਬੀਜੇਪੀ ਆਗੂ ਸਮਾਗਮ ਛੱਡ ਕੇ ਵਾਪਸ ਪਰਤ ਗਏ। ਤਾਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਬੀਜੇਪੀ ਆਗੂਆਂ ਨੂੰ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਵਿਰੋਧ ਦਾ, ਕਿਸਾਨਾਂ ਦੇ ਵਿਰੋਧ ਦਾ। ਇਹ ਵੀ ਤੁਹਾਨੂੰ ਦੱਸ ਦਈਏ ਇੱਕ ਦਿਨ ਪਹਿਲਾਂ ਹੰਸਰਾਜ ਹੰਸ ਮੋਗਾ ਪਹੁੰਚੇ ਹੋਏ ਸਨ, ਉੱਥੇ ਵੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਤੇ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਦੇ ਆਫਿਸ ਦਾ ਭੂਮੀ ਪੂਜਨ ਸੀ ਤੇ ਉੱਥੇ ਬੀਜੇਪੀ ਦੇ ਆਗੂ ਵੀ ਪਹੁੰਚ ਰਹੇ ਸਨ ਤੇ ਇਸ ਵਿਚਾਲੇ ਕਿਸਾਨ ਜਥੇਬੰਦੀਆਂ ਨੂੰ ਵੀ ਪਤਾ ਲੱਗਿਆ ਤਾਂ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਵਿਰੋਧ ਕੀਤਾ ਗਿਆ। ਸਮਾਗਮ ਨੂੰ ਵਿਚਾਲੇ ਰੋਕਣਾ ਪਿਆ ਤੇ ਜਿਹੜੇ ਬੀਜੇਪੀ ਦੇ ਆਗੂ ਸੀ ਉਹ ਵੀ ਉੱਥੋਂ ਫਿਰ ਚਲੇ ਗਏ। ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਕੱਲ ਜੋ ਬੰਦ ਹੈ ਉਸ ਨੂੰ ਲੈ ਕੇ ਮੋਟਰਸਾਈਕਲ ਮਾਰਚ ਕੀਤਾ ਜਾ ਰਿਹਾ ਸੀ, ਪਰ ਇਸ ਵਿਚਾਲੇ ਕਿਸਾਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਬੀਜੇਪੀ ਵੱਲੋਂ ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜਾ ਆਪਣਾ ਨਵਾਂ ਦਫ਼ਤਰ ਹੈ ਉਸ ਦਾ ਉਦਘਾਟਨ ਕੀਤਾ ਜਾ ਰਿਹਾ। ਤਾਂ ਕਿਸਾਨ ਇੱਥੇ ਪਹੁੰਚੇ ਔਰ ਇਹਨਾਂ ਵੱਲੋਂ ਵਿਰੋਧ ਕੀਤਾ ਗਿਆ। ਤਾਂ ਇੱਥੋਂ ਜੋ ਵੀ तमाम ਜਿਹੜੀ ਲੀਡਰਸ਼ਿਪ ਹੈ ਬੀਜੇਪੀ ਦੇ ਜਿਹੜੇ ਮੈਂਬਰ ਰਾਜ ਸਭਾ ਜਾਂ ਹੋਰ ਜਿਹੜੇ ਆਗੂ ਸਨ ਉਹ ਇੱਥੋਂ ਜਾ ਚੁੱਕੇ ਨੇ। ਇਹ ਹੁਣ ਤੁਸੀਂ ਦੇਖੋ ਕਿ ਟੈਂਟ ਉਤਾਰਿਆ ਜਾ ਰਿਹਾ ਔਰ ਉੱਥੋਂ ਨੀਂਹ ਪੱਥਰ ਇੱਕ ਜਿਹੜਾ ਉਹ ਰੱਖ ਦਿੱਤਾ ਗਿਆ। ਤਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਜਿੰਨੇ ਵੀ ਇੱਥੇ ਲੀਡਰ ਮੌਜੂਦ ਸਨ ਜਾਂ ਜਿਹੜੇ ਬੀਜੇਪੀ ਦੇ ਵਰਕਰ ਮੌਜੂਦ ਸਨ ਉਹ ਇੱਥੋਂ ਜਾ ਚੁੱਕੇ ਨੇ। ਪਰ ਇਹ ਦੇਖਣ ਨੂੰ ਮਿਲਿਆ ਕਿ ਦੋਵੇਂ ਪਾਸਿਓਂ ਨਾਅਰੇਬਾਜ਼ੀ ਜ਼ਰੂਰ ਕੀਤੀ ਗਈ। ਤਾਂ ਸਰਵਨ ਸਿੰਘ ਵਧੇਰ ਤੋਂ ਜਾਣਦੇ ਹਾਂ
ਪੰਧੇਰ ਸਾਹਿਬ, ਕਿਸਾਨਾਂ ਨੂੰ ਬੀਜੇਪੀ ਦੇ ਇਸ ਦਫ਼ਤਰ ਤੋਂ ਦਿੱਕਤ ਕੀ ਸੀ ਔਰ ਕਿਉਂ ਤੁਸੀਂ ਇਹ ਵਿਰੋਧ ਕੀਤਾ ਕਿ ਉਹ ਦਫ਼ਤਰ ਦਾ ਉਦਘਾਟਨ ਵੀ ਨਾ ਕਰਨ? ਦੇਖੋ, ਅਸੀਂ ਸਾਫ਼ ਕਹਿਣਾ ਚਾਹੁੰਦੇ ਵੀ ਜਦੋਂ ਪੂਰੇ ਪੰਜਾਬ ਦੇ ਵਿੱਚ ਇਹ ਐਲਾਨ ਕੀਤਾ ਗਿਆ ਵੀ ਭਾਜਪਾ ਜੋ ਵੀ ਪ੍ਰੋਗਰਾਮ ਪਾਰਟੀ ਪੱਧਰ ਤੇ ਕਰੂਗੀ, ਸਰਕਾਰ ਪੱਧਰ ਤੇ ਕਰੂਗੀ, ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਤੇ ਮੇਰੇ ਖਿਆਲ ਪੰਜਾਬ ਭਾਜਪਾ ਨੂੰ ਵੀ ਇਸ ਕਿਸਮ ਦੇ ਕਾਰਜਕ੍ਰਮ ਨਹੀਂ ਰੱਖਣੇ ਚਾਹੀਦੇ ਜਿੰਨਾ ਚਿਰ ਖੇਤੀ ਦੇ ਕਾਨੂੰਨ ਨਹੀਂ ਰੱਦ ਹੋ ਜਾਂਦੇ। ਸੋ ਉਹਨਾਂ ਨੇ ਵੀ ਇਹ ਪ੍ਰੋਗਰਾਮ ਬਣਾ ਕੇ ਕਿਸਾਨਾਂ ਨੂੰ ਸਕਾਉਣ ਵਾਲੀ ਗੱਲ ਕੀਤੀ ਆ। ਸਾਨੂੰ ਬਹੁਤ ਲੇਟ ਪਤਾ ਲੱਗਾ ਵਾ, ਤੇ ਜਦੋਂ ਅਸੀਂ ਆਏ ਆ, ਜਦੋਂ ਤੱਕ ਉਹਨਾਂ ਦਾ ਅਸੀਂ 15 ਮਿੰਟ ਦੀ ਵਾਰਨਿੰਗ ਦੇ ਕੇ ਲਗਾਤਾਰ ਨਾਅਰੇਬਾਜ਼ੀ ਕੀਤੀ ਆ, ਤੇ ਉਹਨਾਂ ਦੇ ਵੱਡੇ ਲੀਡਰ ਤੇ ਪਹਿਲਾਂ ਚਲੇ ਗਿਆ ਤੇ ਹੁਣ ਉਹਨਾਂ ਨੇ ਪ੍ਰੋਗਰਾਮ ਰੱਦ ਕਰ ਦਿੱਤਾ ਵਾ। ਸੋ ਜਿੱਥੇ ਵੀ ਕਿਤੇ ਭਾਜਪਾ ਕਰੂਗੀ ਇਹ ਪ੍ਰੋਗਰਾਮ, ਅਸੀਂ ਉਹਨਾਂ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਾਂਗੇ। ਬੀਜੇਪੀ ਦੇ ਜਿਹੜੇ ਆਗੂ ਸੀ ਸੀਨੀਅਰ, ਕਿਸੇ ਨੇ ਕਿਸਾਨਾਂ ਦੇ ਨਾਲ ਆ ਕੇ ਕੋਈ ਗੱਲ ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਉਹ ਬੀਜੇਪੀ ਦੇ ਆਗੂਆਂ ਦਾ ਵਿਰੋਧ ਕਰਨਗੇ। ਪਰ ਇਸ ਸਭ ਦੇ ਵਿਚਾਲੇ ਇੱਕ ਵੱਡੀ ਖਬਰ ਹੈ ਸੁਰਜੀਤ ਪਾਤਰ ਦੇ ਨਾਲ ਜੁੜੀ ਹੋਈ। ਸੁਰਜੀਤ ਪਾਤਰ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਖੁੱਲ ਕੇ ਸਾਹਮਣੇ ਆ ਚੁੱਕੇ ਨੇ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਨੂੰ ਜੋ ਭਾਰਤ ਸਰਕਾਰ ਦੇ ਵੱਲੋਂ ਪਦਮ ਸ਼੍ਰੀ ਦਾ ਅਵਾਰਡ ਮਿਲਿਆ ਹੈ ਉਹ ਵਾਪਸ ਕਰਨਗੇ। ਵੱਡੀ ਖਬਰ ਹੈ ਇਸ ਸਮੇਂ ਸੁਰਜੀਤ ਪਾਤਰ ਵੀ ਮੋੜਨਗੇ ਪਦਮ ਸ਼੍ਰੀ। ਕਿਸਾਨ ਅੰਦੋਲਨ ਦੀ ਹਮਾਇਤ ਦੇ ਵਿੱਚ ਪੰਜਾਬੀ ਸਾਹਿਤਕਾਰ ਸੁਰਜੀਤ ਪਾਤਰ, ਵੱਡਾ ਨਾਮ ਪੰਜਾਬ ਦੇ ਸਾਹਿਤ ਦਾ, ਕੇਂਦਰ ਦੇ ਰਵੱਈਏ ਤੋਂ ਬਹੁਤ ਦੁਖੀ ਹਾਂ, ਇਹ ਸੁਰਜੀਤ ਪਾਤਰ ਉਹਨਾਂ ਦੇ ਵੱਲੋਂ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਤਾਂ ਇਸ ਸਮੇਂ ਅਵਾਰਡ ਵਾਪਸੀ ਦੀ ਲਹਿਰ ਸਾਫ਼ ਤੌਰ ਤੇ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ। ਪਦਮ ਵਿਭੂਸ਼ਣ ਸਾਬਕਾ ਮੁੱਖ ਮੰਤਰੀ ਦੇ ਵੱਲੋਂ ਮੋੜਿਆ ਗਿਆ, ਸੁਖਦੇਵ ਸਿੰਘ ਢੀਂਡਸਾ ਨੇ ਪਦਮ ਭੂਸ਼ਣ ਮੋੜਿਆ ਤੇ ਹੁਣ ਸੁਰਜੀਤ ਪਾਤਰ ਜੋ ਉਹਨਾਂ ਨੂੰ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਗਿਆ, ਉਹ ਪਦਮ ਸ਼੍ਰੀ ਦਾ ਅਵਾਰਡ ਵਾਪਸ ਕਰਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਤੇ ਇਸ ਵਿਚਾਲੇ ਕਿਸਾਨਾਂ ਨੂੰ ਹਮਾਇਤ ਲਗਾਤਾਰ ਮਿਲਦੀ ਹੋਈ, ਹਮਾਇਤ ਵਧਦੀ ਹੋਈ ਤੇ ਇਹਨਾਂ ਨੇ ਸੁਰਜੀਤ ਪਾਤਰ ਹੋਰੀ ਇਸ ਪੂਰੇ ਐਲਾਨ ਦੇ ਨਾਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਕੇਂਦਰ ਸਰਕਾਰ ਦੇ ਰਵੱਈਏ ਤੋਂ ਬਹੁਤ ਦੁਖੀ ਨੇ ਕਿਉਂਕਿ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਫੌਰੀ ਤੌਰ ਤੇ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਤਾਂ ਵੱਡੀ ਖਬਰ ਹੈ ਇਸ ਸਮੇਂ ਦੀ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ। ਸੁਰਜੀਤ ਪਾਤਰ ਪੰਜਾਬ ਦੇ ਵਿੱਚ ਵੱਡਾ ਨਾਮ, ਲੇਖਕ ਦੇ ਤੌਰ ਦੇ ਉੱਤੇ, ਸਾਹਿਤਕਾਰ ਦੇ ਤੌਰ ਦੇ ਉੱਤੇ। ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਸੁਰਜੀਤ ਪਾਤਰ ਜੀ ਜੁੜ ਰਹੇ ਨੇ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਸੀਂ ਅਵਾਰਡ ਵਾਪਸੀ ਦਾ ਐਲਾਨ ਕੀਤਾ ਹੈ, ਤੁਹਾਨੂੰ ਲੱਗਦਾ ਹੈ ਕਿ ਇਸ ਸਮੇਂ ਇਹ ਮਾਹੌਲ ਹੈ ਕਿ ਅਵਾਰਡ ਵਾਪਸੀ ਹੋਣੀ ਚਾਹੀਦੀ ਹੈ? ਕੀ ਕੁਝ ਤੁਸੀਂ ਸੋਚ ਕੇ ਇਹ ਐਲਾਨ ਕੀਤਾ ਹੈ? ਦੇਖੋ, ਮੈਂ ਸਮਝਦਾ ਕਿ ਇਸ ਇੱਕ ਤੇ ਆ ਕਿ ਜਿਹੜੀ ਮੇਰੇ ਮਨ 'ਚ ਗੱਲ ਹੈ ਕਿ ਜਿਸ ਸੰਵੇਦਨਹੀਨਤਾ ਦੇ ਨਾਲ ਜੀ ਔਰ ਜਿਸ ਬੇਕਦਰੀ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਹੀ ਮੰਗਾਂ ਦੀ ਤੇ ਉਹਨਾਂ ਦੇ ਇੱਕ ਸ਼ਾਂਤਮਈ ਅੰਦੋਲਨ ਨਾਲ ਜੋ ਸਲੂਕ ਕੀਤਾ, ਇੱਕ ਇਤਿਹਾਸਕ ਕਿਸਮ ਦਾ ਇਹੋ ਅੰਦੋਲਨ ਹੈ। ਇਹ ਆਪਣੇ ਆਪ ਤੇ ਇੱਕ ਲੈਸਨ ਹੈ ਜਿਸ ਤਰ੍ਹਾਂ ਇਹ ਅੰਦੋਲਨ ਚਲਾਇਆ ਗਿਆ ਜੀ। तो ਉਸ ਨਾਲ ਜੋ ਵਿਵਹਾਰ ਕੀਤਾ ਉਹਦਾ ਵਿਵਹਾਰ ਤੇ ਜਿਹੜੀ ਬੇਕਦਰੀ ਸ਼ਾਮਲ ਹੈ ਔਰ ਜਿਹਨੂੰ ਕਹਿੰਦੇ ਕਿ ਸੰਵੇਦਨਹੀਨਤਾ ਸ਼ਾਮਲ ਹੈ, ਉਸ ਨੇ ਮੈਨੂੰ ਬਹੁਤ ਠੇਸ ਪਹੁੰਚਾਈ ਹੈ। ਔਰ ਫਿਰ ਦੂਜੀ ਗੱਲ ਹੈ ਕਿ ਵਾਰ-ਵਾਰ ਕਿਰਤੀਆਂ ਤੇ ਕਿਸਾਨਾਂ ਦੇ ਦੁੱਖ ਨੂੰ ਇਹ ਕਹਿ ਕੇ ਕਿ ਇਹ ਤਾਂ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ, ਤੇ ਉਹਨਾਂ ਦੇ ਦੁੱਖ ਨੂੰ ਵੀ ਝੂਠਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਦੀ ਸਮਝ ਨੂੰ ਵੀ ਤੋਂ ਇੱਕ ਤਰ੍ਹਾਂ ਪੂਰੀ ਲਹਿਰ ਨੂੰ ਨਿਰਾਰਥਕ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। तो ਇਹ ਜਿਹੜੀ ਇਹ ਕੋਸ਼ਿਸ਼ ਹੈ, ਇੱਕ ਤਰ੍ਹਾਂ ਕਿਰਤ ਦੀ ਵੀ ਤੋਹੀਨ ਹੈ ਤੇ ਕਿਸਾਨੀ ਦੀ ਵੀ ਤੋਹੀਨ ਹੈ ਤੇ ਲੋਕ ਭਾਵਨਾ ਦੀ ਵੀ ਤੋਹੀਨ ਹੈ ਜੀ। ਤੇ ਸੋ ਮੈਂ ਸਮਝਦਾ ਕਿ ਇਸ ਵੇਲੇ ਸਾਡੇ ਸਾਰਿਆਂ ਲਈ ਇੱਕ ਬਹੁਤ ਸਾਬਤ ਕਰਨ ਦਾ ਪਲ ਆ ਗਿਆ, ਕਿਉਂਕਿ ਬਹੁਤ ਦੇਰ ਹੋ ਗਈ। ਮੈਂ ਕਵਿਤਾਵਾਂ ਵੀ ਲਿਖੀਆਂ, ਜਿਹੜੀ 3-4 ਹਫ਼ਤੇ ਪਹਿਲਾਂ ਮੇਰੀ ਇੱਕ ਕਵਿਤਾ ਚੱਲੀ ਕਿ ਬਾਤ ਮੇਰੀ ਇੰਨੀ ਹੀ ਨਹੀਂ ਨਾ ਇਹ ਮਸਲਾ ਸਿਰਫ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ, ਜਿਹਨੂੰ ਸੌਖਲਾ ਉੱਜੜ ਜਾਣ ਦਾ ਏ। ਉਹ ਇੱਕ ਲੰਬੀ ਯਾਨੀ ਸਾਡੀ ਸ਼ਮੂਲੀਅਤ ਇਸ ਪੱਖੋਂ, ਕਵਿਤਾ ਦੇ ਪੱਖੋਂ ਔਰ ਸ਼ਮੂਲੀਅਤ ਵੀ ਔਰ ਸਾਡੀ ਇੱਕ ਸਾਂਝ ਵੀ, ਇੱਕ ਦਰਦ ਦੀ ਸਾਂਝ ਬਣੀ ਰਹੀ। ਪਰ ਇਹ ਹੈ ਕਿ ਹਮੇਸ਼ਾ ਇਹ ਹੈ ਕਿ ਹੁਣ ਅਸੀਂ ਬਹੁਤ, ਸਾਨੂੰ ਉਮੀਦ ਸੀ ਕਿ ਜਿਸ ਤਰ੍ਹਾਂ 3 ਤਰੀਕ ਦੀ ਮੀਟਿੰਗ ਸੀ ਉਹ 'ਚ ਸਾਰਾ ਕੁਝ ਸੁਲਝ ਜਾਊਗਾ ਜੀ, ਪਰ ਜਦੋਂ ਉਹ ਵੀ ਨਹੀਂ ਸੁਲਝਿਆ, ਇੰਨੀ ਔਰ ਕਾਦੀਆਂ ਉਹ ਗੱਲਾਂ ਚੱਲ ਰਹੀਆਂ, ਕਾਦੇ ਉਹ ਰੇਲਵੇ ਟਰੈਕ ਤੇ ਬੈਠੇ, ਕਾਦੇ ਦਿੱਲੀ ਨੂੰ ਚੱਲੇ ਕੇ, तो फिर आखिर यानी मेरे मन से निजी तौर पर आया कि भी मैनू मेरी एक शमूलियत इदा की भी होनी चाहिए कि सिर्फ कवितावां लिखना शायद काफ़ी नहीं, कि ये पल ऐसे है कि सानू सारियां नू पंजाब दे दुख च, पंजाब दे संघर्ष च, पंजाब दे इस जश्न च शामिल होना चाहिए जी।
ਪਾਤਰ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਇਸ ਸਮੇਂ ਦਬਾਅ ਬਣ ਰਿਹਾ ਹੈ, ਤੁਸੀਂ ਅਵਾਰਡ ਦਾ ਜ਼ਿਕਰ ਕੀਤਾ ਹੈ, ਤੁਸੀਂ ਅਵਾਰਡ ਵਾਪਸ ਕਰ ਰਹੇ ਹੋ, ਖਿਡਾਰੀਆਂ ਦੇ ਵੱਲੋਂ ਇਹ ਫੈਸਲੇ ਕੀਤੇ ਗਏ ਨੇ, ਤੁਹਾਨੂੰ ਲੱਗਦਾ ਹੈ ਕਿ ਇਸ ਦੇ ਨਾਲ ਇਸ ਸਮੇਂ ਪੂਰਾ ਪ੍ਰੈਸ਼ਰ ਹੈ ਤੇ ਆਉਣ ਵਾਲੇ ਦਿਨਾਂ 'ਚ ਉਮੀਦ ਕਰ ਰਹੇ ਹੋ ਕਿ ਇਸ ਪੂਰੇ ਮਸਲੇ ਦਾ ਹੱਲ ਸਕਾਰਾਤਮਕ ਹੱਲ ਨਿਕਲ ਜਾਏਗਾ ਤੇ ਕੇਂਦਰ ਦੀ ਸਰਕਾਰ ਮੰਨ ਲਏਗੀ ਮੰਗਾਂ? ਦੇਖੋ ਜੀ, ਮੈਨੂੰ ਪੂਰੀ ਉਮੀਦ ਹੈ, ਕਿਉਂਕਿ ਬਹੁਤ ਕੋਸ਼ਿਸ਼ਾਂ ਹੋਈਆਂ ਇਸ ਅੰਦੋਲਨ ਨੂੰ ਹਿੰਸਕ ਬਣਾਉਣ ਲਈ ਵੀ, ਜਾਂ ਇਹਨੂੰ ਕਿਸੇ ਹੋਰ ਮੂਵਮੈਂਟ ਵੱਲ ਹੋਰ ਪਾਸੇ ਮੋੜਨ ਦੀਆਂ, ਤੇ ਜਿਹੜੀ ਇਹਦੀ ਕਾਮਯਾਬੀ ਆ ਔਰ ਜਿਹੜਾ ਇਹਦਾ ਸੁਭਾਅ ਆ ਇਸ ਸਾਰੇ ਅੰਦੋਲਨ ਦਾ, ਕਿ ਪੱਤਰਕਾਰ ਵੀ ਰੋਟੀ ਖਾ ਰਹੇ ਆ, ਪੁਲਿਸ ਵੀ ਰੋਟੀ ਖਾ ਰਹੀ ਆ, तो मतलब जे ये भी इनू भी जित ना दो कि देखो जिन्हां दा मसला ये दुख साडा है, सानू पता साडा की दुख दा, पर तुसीं कहंदे नहीं तुहाडा ओह नहीं दुख दा, तुहानूं दस दिओ तुहानूं दवाई आ लैनी चाहिदी है। तो जिहड़ी इहो मतलब एक तरह लोकां नूं लोक भावना नूं जिहड़े मतलब उस दुख चों लंघ रहे आ उन्हां नूं तुसीं बेसमझ जां गुमराह होए लोग कहो, बहुत सारे इहो कुछ चलदा रहा कई महीने तक कि उन्हां दी गल सुणन दी बजाए ओह कहंदे नहीं ये तां बस बेसमझ ते गुमराह लोग ने। तो मैं समझदा कि ਇਹਦਾ हल होना बहुत जरूरी है, भारत के लोक राज ਲਈ भी, भारत के संघी जो ढांचा है ਉਹਦੀ मतलब ਉਹਦੀ दलील ਲਈ भी, और किसान जिन्हां दा ਇਹ दुख है ਉਹਨਾਂ ਦੀ पूरी यानी ਉਹਨਾਂ ਦੀ रूह की पुकार भी जे ਅਸੀਂ नहीं मन्नी केंद्र सरकार ने तो एक बहुत बड़ी गलती होएगी हर पक्षों। मतलब मैं एक बहुत बड़ी भुल मन्नांगा जे ਉਹ केंद्र सरकार हुण इस चीज नूं प्रवान नहीं करती और इन्हां दे जी मैं कहता कि कानून वापस लवे, बेशक नवे कानून लियाओ पर किसानां दी सलाह नाल लैके आओ। सो मैनूं उम्मीद है पूरी कि इस आवाज़ नूं हुण सुणिया जाऊगा। जी सर, तुहाडीआं ही सतरां ने कि लगी नज़र पंजाब नूं, कोई इहदी नज़र उतारो लैके मिर्चां कौड़ियां कोई इहदे सिर तो वारो। तुहानूं लगदा कि अज उही हालात नहीं कि नज़र लगी है पंजाब नूं कि सानूं पंजाबियां नूं जाके दिल्ली दे बॉर्डरां ते ठंड दे मौसम च बैठना पै रिहा है? देखो मैं महसूस करदा कि मतलब बहुत कुछ तो इस अंदोलन ने जित लिया। मतलब मैं एक तरह समझदा कि उन्होंने जो पंजाब ते धब्बे लाए जाते सी, पंजाब ते हिंसक होण दे, अखड़ होण दे जां साडे नौजवानां ते, तो एक उन्हां नूं धोण दा वड्डा काम इस अंदोलन ने कीता जी। और दूजी गल यह है कि मैं समझदा कि इस चों पंजाब इनू इस तो एक बाद एक नवा अध्याय शुरू होगा कि पंजाब नू अपनियां सारियां मुश्किलां दा कि खेती दे सारे मसले किसान कानूनां दे हटना दूर नहीं होने जी। मतलब मसले साडे फिर अगे रहने ने, बहुत मसले रहने ने। सो उन्हां मसलियां नू भी जे असीं मतलब जिहड़े पोलीटिकल लोक ने वो तां एक चोण तो दूजी चोण तक देखदे आ, जां एक चोण तो मतलब 5 साल भी नहीं देखदे, उस समय भी पहुंचण तक देखदे कि असीं पहुंच गए हां। तो किसानां नूं हुण जिस तरह वो इकट्ठे होए आ तां उन्हां नूं पूरी पंजाब दी होनी दा, पंजाब दी पूरे मसलियां दा हुण सानूं सारिआं नूं रल मिल के कुछ ऐसे तरीके लभीए जिहदे च आपो तापी ना होवे, जिह च असीं बेशक समझ लो कि असीं थोड़ा घट खा लईए, घट कमा लईए, पर पंजाब नूं एक उस राह ते जिहड़ा किरत करन दा, वंड छकण दा, नाम जपण दा जिहनूं राह ते कहने आ कि जिहदे च असीं एक उस तरह का प्यार पैदा कर सकीए, एक जिदा असीं अंदोलन नूं एक मिसाली अंदोलन बनाया, असीं इस तो बाद अपनी खेती नूं भी एक मिसाली खेती बना दी। जी सर, मैं एक छोटा जिहा सवाल होर पुछना चाहुंदा तुहाडे तो, सुरजीत पात्र जी दी कलम दे नाल कि आउण वालीआं पीढ़ियां 2020 दी इह किसान क्रांति नूं पढ़ सकणगीआं कि तुसीं अजिहा कुछ लिख रहे हो? मैं देखता मतलब मैं हुण जिस तरह यह है कि जे तुहाडा मतलब यही है कि मेरियां कवितावां दा जी बिल्कुल, मैं अज दा जिहड़ा पूरा अंदोलन है क्योंकि आने वाली पीढ़ियां नूं दस्सिया जाएगा कि 2020 की होया सी कि किड्डा वड्डा किसान अंदोलन होया। बिल्कुल मैं समझदा कि ये पीढ़ी भी इस गल्लों एक पीढ़ी खुशकिस्मत है। ये अंदोलन दा मैं कहना एक बहुत वड्डा फायदा ये होया जी कि साडे बच्चियां ने इस चों बहुत कुछ सिक्ख्या जी। मतलब सिक्ख्या सिर्फ बोल के नहीं, जे बोल के जो सिक्ख्या कि इदां करो इदां, सिक्ख्या जिन्नी बोल के देनी सौखी आ, पर ਜਿਹੜੀ ਬੱਚੇ ਸਾਡੇ ਕਰੈਕਟਰ ਚੋਂ ਲੈਂਦੇ ਆ ਜਾਂ ਸਾਡੇ ਕੰਮ ਚੋਂ ਲੈਂਦੇ ਆ, ਉਹ ਸਿੱਖਿਆ ਇੱਕ ਬਹੁਤ ਵੱਡੀ ਸਿੱਖਿਆ ਹੁੰਦੀ ਹੈ। ਮੈਂ ਸਮਝਦਾ ਕਿ ਸਾਡੇ ਬੱਚਿਆਂ ਨੇ, ਨੌਜਵਾਨਾਂ ਨੇ ਇਹ ਸਾਰੇ ਅੰਦੋਲਨ ਚੋਂ ਇੱਕ ਬਹੁਤ ਵੱਡੀ ਸਿੱਖਿਆ ਲਈ, ਉਹ ਆਪਣੀ ਵਿਰਾਸਤ ਨਾਲ ਵੀ ਜੁੜੇ, ਉਹਨਾਂ ਨੇ ਜੂਝਦੇ ਆਪਣੇ ਮਾਪਿਆਂ ਨੂੰ ਦੇਖਿਆ ਜੀ ਔਰ ਇੰਨੇ ਸਬਰ ਸਿਦਕ ਨਾਲ ਜੂਝਦੇ ਦੇਖਿਆ। तो मैं समझदा कि मेरे मन च एक आस
ਔਰ ਅਰਦਾਸ ਮੈਂ ਕਹਿੰਦਾ ਕਿ ਇਹ ਵੀ ਹੈ ਕਿ ਇਹਦੇ ਵਿੱਚੋਂ ਇਹ ਚੋਂ ਪੰਜਾਬ ਇੱਕ ਨਵਾਂ ਪੰਜਾਬ ਅਸੀਂ ਸਿਰਜਾਂਗੇ ਸਭ ਰਲ ਮਿਲ ਕੇ, ਔਰ ਜਿਹਦੇ ਵਿੱਚ ਕਵਿਤਾ ਵੀ ਆਪਣਾ ਰੋਲ ਅਦਾ ਕਰੇਗੀ, ਗੀਤ ਵੀ ਆਪਣਾ ਰੋਲ ਅਦਾ ਕਰਨਗੇ, ਔਰ ਕਿਸਾਨ ਤੇ ਕਿਰਤੀ ਵੀ। ਔਰ ਵੱਡੀ ਗੱਲ ਹੈ ਕਿ ਅਸੀਂ ਇੱਕ ਪਿਆਰ ਦੇ ਸਮਝ ਲਓ ਆਦਰਸ਼ ਨੂੰ ਲੈ ਕੇ ਤੁਰੀਏ ਔਰ ਆਪੋ ਤਾਪੀ ਦੀ ਵਰਤੀ ਨੂੰ ਛੱਡੀਏ ਜੀ ਔਰ ਇੱਕ ਨਵਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਮੁੜ ਕੇ ਪੰਜਾਬ ਸਿਰਜੀਏ ਨਾਨਕ ਦੇ ਖਾਬ ਦਾ। तो मैं कि इस तरह का वक्त देख रहा। शुक्रिया सर, बहुत बहुत धन्यवाद साडे नाल जुड़न दे लई, इस पूरी गलबात दे लई। तुसीं बहुत वड्डा डिसीजन लिया है, पद्म श्री दा अवार्ड पूरी जिंदगी दी कमाई तुसीं कह सकते हो कि जिन्हां नूं मिलदा। शुक्रिया, बहुत बहुत धन्यवाद साडे नाल जुड़न दे लई। तां सुरजीत पात्र पंजाबी ਸਾਹਿਤਕਾਰ ਮੰਨਿਆ ਪਰਮੰਨਿਆ ਨਾਮ ਪੰਜਾਬ ਦੇ ਵਿੱਚ, ਤੇ ਉਹਨਾਂ ਦੇ ਵੱਲੋਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਇਹ ਵੱਡਾ ਫੈਸਲਾ ਕੀਤਾ ਗਿਆ ਹੈ ਕਿ ਉਹ ਆਪਣਾ ਪਦਮ ਸ਼੍ਰੀ ਭਾਰਤ ਸਰਕਾਰ ਨੂੰ ਵਾਪਸ ਕਰਨਗੇ। ਤੇ ਛੋਟੇ ਵਕਫੇ ਦੇ ਲਈ ਰੁਕ ਲਿਆ। ਨਿਊਜ਼ 18 ਦੇ ਉੱਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।